ਕਹਿੰਦੇ ਘੱਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ, ਕੰਨਾਂ ਵਿੱਚ ਕੋਕਰੂ ਤੇ ਵਾਲੀਆਂ ਵੀ ਗਈਆਂ, ਤੁਰ ਪਏ ਵਲੈਤੀ ਬਾਣੀ, ਕੀ ਬਣੂ ਦੁਨੀਆ ਦਾ, ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ, ਕੀ ਬਣੂ ਦੁਨੀਆ ਦਾ। ਸਤਿ ਸ੍ਰੀ ਅਕਾਲ। ਹਰਜਸ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਪਿੰਡੂ ਵਿਰਸੇ ਦੀਆਂ ਗੱਲਾਂ ਬਾਤਾਂ ਵਿੱਚ। ਮੈਂ ਹਰਪ੍ਰੀਤ ਕੌਰ। ਹਰ ਪੰਜਾਬੀ ਮੁਟਿਆਰ ਦੇ ਸੁਪਨਿਆਂ ਦੇ ਵਿੱਚ ਚੁੰਨੀ, ਦੁਪੱਟਾ, ਲਹਿਰੀਆ, ਫੁਲਕਾਰੀ, ਸੁੱਭਰ, ਚੋਪ, ਸਾਲੂ ਤੇ ਹੋਰ ਜਿਹੜੀਆਂ ਚੁੰਨੀਆਂ ਨਾਲ ਸੰਬੰਧਿਤ ਚੀਜ਼ਾਂ ਨੇ ਜਾਂ ਹੋਰ ਹਾਰ ਸ਼ਿੰਗਾਰ ਦੀਆਂ ਚੀਜ਼ਾਂ ਨੇ, ਉਹਨਾਂ ਦੀ ਇੱਕ ਖਾਸ ਜਗ੍ਹਾ ਹੁੰਦੀ ਹੈ ਹਰ ਪੰਜਾਬਣ ਮੁਟਿਆਰ ਦੇ ਸੁਪਨਿਆਂ ਦੇ ਵਿੱਚ। ਸੋ ਅੱਜ ਅਸੀਂ ਗੱਲ ਕਰਾਂਗੇ ਪੰਜਾਬਣ ਮੁਟਿਆਰਾਂ ਦੀਆਂ ਚੁੰਨੀਆਂ ਦੇ ਬਾਰੇ ਵਿੱਚ ਹੀ। ਚੁੰਨੀਆਂ ਦੇ ਨਾਲ ਸੰਬੰਧਿਤ ਗੱਲ ਜਿਹੜੀ ਹਰੇਕ ਰੀਤੀ ਰਿਵਾਜ ਤੇ ਹਰੇਕ ਰਸਮ ਜਿਹੜੀ ਉਸ ਚੀਜ਼ ਬਿਨਾਂ ਅਧੂਰੀ ਮੰਨੀ ਜਾਂਦੀ ਆ, ਉਹ ਹੁੰਦਾ ਹੈ ਦੋਸੜਾ। ਆਮ ਤੌਰ ਤੇ ਅਸੀਂ ਜਦੋਂ ਵੀ ਘਰਾਂ ਦੇ ਵਿੱਚ ਕੋਈ ਫੰਕਸ਼ਨ ਕਰਦੇ ਹਾਂ, ਕੋਈ ਵਿਆਹ ਹੁੰਦਾ ਹੈ, ਕੋਈ ਸ਼ਗਨ ਹੁੰਦਾ ਹੈ, ਕੋਈ ਖੁਸ਼ੀ ਦਾ ਮੌਕਾ ਹੁੰਦਾ ਹੈ, ਤਾਂ ਮੁੰਡੇ ਨੂੰ ਜਾਂ ਬਹੂ ਨੂੰ ਮੁੰਡਾ ਹੋਣ ਤੋਂ ਬਾਅਦ ਜਦੋਂ ਚੌਂਕਾ ਚੜਾਉਂਦੇ ਨੇ, ਇਹਨਾਂ ਸਾਰੀਆਂ ਰਸਮਾਂ ਦੇ ਵਿੱਚ ਇੱਕ ਚੀਜ਼ ਹੁੰਦੀ ਆ ਜਿਹੜੀ ਇੱਕ ਘਰ ਦੀ ਖਾਸ ਔਰਤ ਨੇ ਜਾਂ ਅੱਜ ਕੱਲ੍ਹ ਸਾਰੀਆਂ ਹੀ ਕੁੜੀਆਂ ਜਿਹੜੀਆਂ ਸਭ ਲੈਣ ਲੱਗ ਗਈਆਂ ਨੇ, ਉਹ ਅਸੀਂ ਲੈ ਤਾਂ ਲੈਂਦੇ ਹਾਂ ਪਰ ਸਾਨੂੰ ਉਹਦਾ ਅਰਥ ਨਹੀਂ ਪਤਾ ਹੁੰਦਾ ਕਿ ਉਹਦਾ ਅਰਥ ਕੀ ਆ। ਉਹ ਹੁੰਦਾ ਦੋਸੜਾ। ਜਿਵੇਂ ਮੈਂ ਲਿਆ ਹੋਇਆ ਇੱਕ ਚੁੰਨੀ ਸੂਟ ਦੇ ਨਾਲ ਦੀ ਤੇ ਦੂਜੀ ਚੁੰਨੀ ਫੁਲਕਾਰੀ। ਦੋਸੜੇ ਦਾ ਅਰਥ ਹੁੰਦਾ ਦੋਰੀ ਜਾਂ ਦੋਰਾ। ਦੋਰੀ ਚੁੰਨੀ ਨੂੰ ਲੈਣ ਨੂੰ ਦੋਸੜਾ ਕਹਿੰਦੇ ਨੇ। ਪੰਜਾਬੀ ਸੱਭਿਆਚਾਰ ਦੇ ਵਿੱਚ ਦੋਸੜੇ ਦਾ ਇੱਕ ਬਹੁਤ ਹੀ ਮਹੱਤਵਪੂਰਨ ਸਥਾਨ ਹੈ। ਜਦੋਂ ਕੋਈ ਵੀ ਕਿਸੇ ਮੁੰਡੇ ਦਾ ਵਿਆਹ ਹੋਵੇ, ਕੁੜੀ ਦਾ ਵਿਆਹ ਹੋਵੇ ਜਾਂ ਸ਼ਗਨ ਲੱਗਦਾ, ਜਦੋਂ ਮੰਗਣੇ ਦਾ ਸ਼ਗਨ ਲੱਗਦਾ, ਤਾਂ ਉਸ ਤੋਂ ਬਾਅਦ ਜਿਹੜਾ ਸ਼ਗਨ ਉਹਨਾਂ ਦੇ ਪੱਲਿਆਂ ਦੇ ਵਿੱਚ ਪਾਇਆ ਹੁੰਦਾ, ਜਦੋਂ ਉਹ ਵਾਲਾ ਸ਼ਗਨ ਉਹ ਦੋਵੇਂ ਮੁੰਡਾ ਆਪਣੀ ਮਾਂ ਨੂੰ ਤੇ ਕੁੜੀ ਆਪਣੀ ਮਾਂ ਨੂੰ ਫੜਾਉਂਦਾ, ਤਾਂ ਮੁੰਡੇ ਤੇ ਕੁੜੀ ਦੀਆਂ ਮਾਵਾਂ ਦੋਵੇਂ ਜਾਣੀਆਂ ਹੀ ਦੋ ਦੋ ਚੁੰਨੀਆਂ ਲੈ ਕੇ, ਦੋਸੜਾ ਲੈ ਕੇ ਉਹ ਸ਼ਗਨ ਫੜਦੀਆਂ ਨੇ। ਇਹ ਪੁਰਾਤਨ ਸਮੇਂ ਤੋਂ ਚੱਲਦਾ ਆ ਰਿਹਾ ਰਿਵਾਜ ਆ। ਜੇ ਮਾਂ ਨੇ ਦੋਸੜਾ ਨਹੀਂ ਲਿਆ ਤਾਂ ਕਿਤੇ ਨਾ ਕਿਤੇ ਉਹ ਰਸਮ ਅਧੂਰੀ ਸਮਝੀ ਜਾਂਦੀ ਆ, ਅਧੂਰੀ ਮੰਨੀ ਜਾਂਦੀ ਆ। ਇੱਕ ਚੁੰਨੀ ਸੂਟ ਦੇ ਨਾਲ ਦੀ ਹੁੰਦੀ ਆ ਤੇ ਦੂਜੀ ਫੁਲਕਾਰੀ ਜਾਂ ਜਿਵੇਂ ਦੁਆਬੇ ਦੇ ਵਿੱਚ ਗੁਲਾਬੀ ਰੰਗ ਦੀ ਇੱਕ ਗੋਟੇਦਾਰ ਚੁੰਨੀ ਲੈਂਦੇ ਨੇ, ਜਿਹਨੂੰ ਉਹ ਡੋਡਣਾ ਕਹਿੰਦੇ ਨੇ। ਕਿਉਂਕਿ ਪੰਜਾਬੀ ਸੱਭਿਆਚਾਰ ਦੀ ਜਾਂ ਪੰਜਾਬੀ ਭਾਸ਼ਾ ਦੀ ਇਹ ਖਾਸੀਅਤ ਆ ਕਿ ਹਰੇਕ ਇਲਾਕੇ ਦੇ ਵਿੱਚ ਹਰੇਕ ਚੀਜ਼ ਦੇ ਲਈ ਇੱਕ ਵੱਖਰਾ ਸ਼ਬਦ ਉਸ ਇਲਾਕੇ ਦੇ ਵਿੱਚ, ਉਸ ਉਪਬੋਲੀ ਦੇ ਵਿੱਚ ਘੜਿਆ ਹੋਇਆ। ਇਸੇ ਤਰ੍ਹਾਂ ਜਿਵੇਂ ਪੰਜਾਬ ਦੇ ਬਾਕੀ ਇਲਾਕਿਆਂ 'ਚ ਜਿਹਨੂੰ ਦੋਸੜਾ ਕਹਿੰਦੇ ਨੇ, ਦੁਆਬੇ ਦੇ ਵਿੱਚ ਉਹਨੂੰ ਡੋਡਣਾ ਕਹਿੰਦੇ ਨੇ। ਤੇ ਆਮ ਤੌਰ ਤੇ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਸੂਹੇ ਰੰਗ ਦੀ ਚੁੰਨੀ ਉਹ ਲਈ ਜਾਂਦੀ ਆ, ਜਿਹੜੀ ਦੋਸੜਾ ਬਣਾ ਕੇ ਜਿਹਦੀ ਬੁੱਕਲ ਮਾਰ ਕੇ ਲਈ ਜਾਂਦੀ ਆ। ਜਿਵੇਂ ਮੈਂ ਇਹ ਫੁਲਕਾਰੀ ਲਈ ਹੋਈ ਆ ਤੇ ਉਸੇ ਤਰ੍ਹਾਂ ਦੁਆਬੇ ਦੇ ਵਿੱਚ ਇੱਕ ਗੁਲਾਬੀ ਰੰਗ ਦੀ ਗੋਟੇਦਾਰ ਚੁੰਨੀ ਜਿਹੜੀ ਹੈਗੀ ਆ ਉਹ ਲੈਂਦੇ ਨੇ, ਬਾਕੀ ਇਲਾਕਿਆਂ 'ਚ ਸੂਹੇ ਰੰਗ ਦੀ ਲੈਂਦੇ ਨੇ, ਜਾਂ ਕੋਈ ਵੀ ਗੂੜੇ ਰੰਗ ਦੀ ਚੁੰਨੀ ਜਿਹੜੀ ਸ਼ਗਨਾਂ ਦਾ ਰੰਗ ਸੂਹਾ ਮੰਨਿਆ ਜਾਂਦਾ ਹੈ, ਤੇ ਇਸ ਕਰਕੇ ਉਹ ਚੁੰਨੀ ਲੈ ਕੇ ਮਾਂ ਸਾਰੀ ਸ਼ਗਨ ਕਰਦੀ ਆ। ਦੋਸੜਾ ਲੈਣ ਦਾ ਇੱਕ ਅਰਥ ਦੋਹਰੀ ਜ਼ਿੰਮੇਵਾਰੀ ਵੀ ਹੁੰਦਾ ਹੈ, ਕਿਉਂਕਿ ਘਰ ਦੇ ਵਿੱਚ ਸਾਰੀਆਂ ਜ਼ਿੰਮੇਵਾਰੀਆਂ, ਜਦੋਂ ਮੁੰਡੇ ਦਾ ਵਿਆਹ ਹੋਵੇ, ਕੁੜੀ ਦਾ ਵਿਆਹ ਹੋਵੇ, ਤਾਂ ਜ਼ਿਆਦਾ ਜ਼ਿੰਮੇਵਾਰੀਆਂ ਮਾਵਾਂ ਦੇ ਸਿਰ ਤੇ ਹੁੰਦੀਆਂ ਨੇ। ਤਾਂ ਮਾਂ ਦੀ ਇੱਕ ਅਲੱਗ ਪਛਾਣ ਵੀ ਹੁੰਦੀ ਹੈ ਕਿਉਂਕਿ ਉਸਨੇ ਦੋਸੜਾ ਲਿਆ ਹੁੰਦਾ। ਦੂਜਾ ਉਹਦਾ ਅਰਥ ਦੋਹਰੀ ਜ਼ਿੰਮੇਵਾਰੀ ਹੁੰਦਾ। ਕਈ ਲੋਕ ਕਹਿੰਦੇ ਨੇ ਕਿ ਉਹਨੇ ਦੋ ਚੁੰਨੀਆਂ ਲੈਂਦੀ ਆ ਜਦੋਂ ਪੁੱਤ ਦੇ ਵਿਆਹ ਤੇ, ਉਹ ਤਾਂ ਇੱਕ ਚੁੰਨੀ ਉਹ ਆਪਦੇ ਪੁੱਤ ਦੀ ਲੈਂਦੀ ਆ, ਇੱਕ ਚੁੰਨੀ ਉਹ ਆਪਦੇ ਪਤੀ ਦੇ ਨਾਂ ਦੀ ਲੈਂਦੀ ਆ, ਆਪਦੇ ਘਰ ਵਾਲੇ ਦੇ ਨਾਂ ਦੀ ਲੈਂਦੀ ਆ। ਕਹਿੰਦੇ ਨੇ ਕਿ ਔਰਤ ਦੀ ਜ਼ਿੰਦਗੀ ਫੁਲਕਾਰੀ ਦੇ ਵਿੱਚ ਜਿਸ ਤਰ੍ਹਾਂ ਤਿਕੋਣ ਬਣੇ ਹੁੰਦੇ ਨੇ, ਜਿਵੇਂ ਇਸ ਫੁਲਕਾਰੀ ਦੇ ਵਿੱਚ ਵੀ ਇਹ ਜੇ ਇੱਕ ਡਿਜ਼ਾਈਨ ਜਿਹੜਾ ਬਣਿਆ ਹੋਇਆ, ਇਹ ਇੱਕ ਚੌਰਸ ਡਿਜ਼ਾਈਨ ਬਣਿਆ ਹੋਇਆ ਤੇ ਚੌਰਸ ਡਿਜ਼ਾਈਨ ਦੇ ਵਿੱਚ ਜਿਹੜੀਆਂ ਤਿੰਨ ਤਿਕੋਣਾਂ ਨੇ, ਇਸ ਤਰ੍ਹਾਂ ਕਰਕੇ ਜਿਵੇਂ ਆਹ ਇੱਕ ਤਿਕੋਣ ਬਣਾ ਕੇ ਇੱਕ ਤਿਕੋਣ ਬਣੀ ਹੋਈ ਆ, ਫਿਰ ਆਹ ਦੂਜੀ ਤਿਕੋਣ ਆ, ਇਹਦੇ ਤਿਕੋਣੀਆਂ ਚੀਜ਼ਾਂ ਜਿਹੜੀਆਂ ਜੋੜ ਕੇ ਫਿਰ ਫੁਲਕਾਰੀ ਦੀ ਕਢਾਈ ਕੀਤੀ ਹੋਈ ਆ। ਇਸ ਤੇ ਇੱਕ ਪੰਜਾਬੀ ਯੂਨੀਵਰਸਿਟੀ ਦੇ ਵਿੱਚ PhD ਵੀ ਹੋਈ ਸੀ। ਕਹਿੰਦੇ ਕਿ ਫੁਲਕਾਰੀ ਦੇ ਤਿਕੋਣ ਦਾ ਮਤਲਬ ਹੁੰਦਾ ਕਿ ਔਰਤ ਦੀ ਜ਼ਿੰਦਗੀ ਆ ਜਿਹੜੀ ਉਹ ਤਿੰਨ ਮਰਦਾਂ ਦੇ ਦੁਆਲੇ ਘੁੰਮਦੀ ਰਹਿੰਦੀ ਆ। ਪਿਤਾ, ਪਤੀ ਤੇ ਪੁੱਤ, ਤਿੰਨਾਂ ਦੇ ਦੁਆਲੇ ਔਰਤ ਦੀ ਜ਼ਿੰਦਗੀ ਘੁੰਮਦੀ ਰਹਿੰਦੀ। ਉਸੇ ਤਰ੍ਹਾਂ ਉਸੇ ਸੰਦਰਭ ਦੇ ਵਿੱਚ ਇਹ ਕਹਿ ਦਿੱਤਾ ਜਾਂਦਾ ਕਿ ਜਦੋਂ ਔਰਤ ਦੋ ਚੁੰਨੀਆਂ ਲੈਂਦੀ ਹੈ ਤਾਂ ਉਹ ਆਪਦੇ ਘਰ ਵਾਲੇ ਤੇ ਆਪਦੇ ਪੁੱਤਰ ਦੇ ਨਾਂ ਦੀਆਂ ਲੈਂਦੀ ਆ। ਜਦੋਂ ਪੁੱਤ ਨੂੰ ਵਿਆਹੁਣ ਜਾਂਦੀ ਆ ਤਾਂ
खैर ये एक वखरा विषय है, इसका कोई मतलब है ਜਾਂ नहीं है, इस बारे अज ਆਪਾਂ कोई चर्चा नहीं करांगे। पर अज सिर्फ ਤੁਹਾਨੂੰ ਸਾਡਾ मकसद ਦੋਸੜੇ ਦੇ ਬਾਰੇ ਵਿੱਚ ਦੱਸਣਾ, क्योंकि आम तौर ਤੇ हर रस्म ਦੇ ਵੇਲੇ ਇਹੋ ਜਿਹੀ ਅਸੀਂ ਦੋਸੜਾ ਲਿਆ ਹੁੰਦਾ, ਪਰ ਸਾਨੂੰ ਉਹਦਾ अर्थ ਜ਼ਰੂਰ पता होना चाहिए ਜਿਹੜੀਆਂ ਚੀਜ਼ਾਂ ਅਸੀਂ ਕਰਦੇ ਹਾਂ, है ना। ਤਾਂ औरत ਜਦੋਂ ਵਿਆਹ ਵਾਲੀ ਵਿਆਹੰਦੜ ਦੀ ਮਾਂ ਜਦੋਂ ਦੂਸੜਾ ਲੈਂਦੀ ਆ ਤਾਂ ਸਾਰੇ ਵਿਆਹ ਦੇ ਵਿੱਚ ਇੱਕ ਤਾਂ ਉਹਦੇ ਸਿਰ ਦੋਹਰੀ ਜ਼ਿੰਮੇਵਾਰੀ ਤੋਂ ਲੈ ਲਿਆ ਜਾਂਦਾ ਹੈ, ਦੂਜਾ ਸਾਰੇ ਵਿਆਹ ਦੇ ਵਿੱਚ ਉਹਦੀ ਅਲੱਗ ਪਛਾਣ ਹੋ ਜਾਂਦੀ ਆ। ਪੁਰਾਣੇ ਵੇਲਿਆਂ ਦੇ ਵਿੱਚ ਨਾ ਤਾਂ ਔਰਤਾਂ ਕੋਲੇ ਉਦੋਂ ਇੰਨੇ ਕੱਪੜੇ ਹੁੰਦੇ ਸੀ ਅੱਜ ਕੱਲ੍ਹ ਵਾਂਗ, ਜਿਵੇਂ ਸਾਡੀਆਂ ਅਲਮਾਰੀਆਂ ਭਰੀਆਂ ਪਈਆਂ ਰਹਿੰਦੀਆਂ ਨੇ, ਫਿਰ ਵੀ ਸਾਨੂੰ ਇਹ ਲੱਗਦਾ ਹੁੰਦਾ ਕਿ ਸਾਡੇ ਕੋਲੇ ਕੋਈ ਸੂਟ ਨਹੀਂ ਹੈਗਾ ਪਾਉਣ ਦੇ ਲਈ। ਇਸੇ ਤਰ੍ਹਾਂ ਜਦੋਂ ਪੁਰਾਣੇ ਵੇਲਿਆਂ ਦੇ ਵਿੱਚ ਔਰਤਾਂ ਕੋਲੇ ਸੂਟ ਕੱਪੜੇ, ਜਾਂ ਔਰਤਾਂ ਕੀ ਮਰਦਾਂ ਕੋਲੇ ਵੀ ਕੱਪੜੇ ਲੋਕਾਂ ਕੋਲੇ ਘੱਟ ਹੁੰਦੇ ਸੀ, ਤਾਂ ਉਹ ਇੱਕ ਸੂਹੇ ਰੰਗ ਦੀ ਚੁੰਨੀ ਕਹਿੰਦੇ ਨੇ ਕਿ ਲੈ ਲੈਂਦੀਆਂ ਸੀ, ਉਹਦੇ ਨਾਲ ਫਿਰ ਉਹਨਾਂ ਦਾ ਸੂਟ ਜਿਹੋ ਜਿਹਾ ਮਰਜ਼ੀ ਹੋਵੇ ਉਹ ਜੱਚ ਜਾਂਦਾ ਸੀ, ਕਿਉਂਕਿ ਉਹ ਕੋਟੇ ਵਾਲੀ ਚੁੰਨੀ ਜਿਹੜੀ ਹੈਗੀ ਆ ਉਹ ਵਧੀਆ ਟੌਰ ਬਣਾ ਦਿੰਦੀ ਹੁੰਦੀ ਸੀ ਉਹਨਾਂ ਦੀ। ਤੇ ਦੋਹਰੀ ਜ਼ਿੰਮੇਵਾਰੀ, ਚੁੰਨੀ ਕੱਪੜੇ ਘੱਟ ਹੁੰਦੇ ਸੀ ਇਸ ਕਰਕੇ ਚੁੰਨੀ ਲੈ ਲੈਂਦੀਆਂ ਸੀ, ਜਾਂ ਇੱਕ ਸ਼ਗਨ ਜਿਹੜਾ ਹੈਗਾ ਉਹ ਅਧੂਰਾ ਮੰਨਿਆ ਜਾਂਦਾ ਸੀ ਦੂਸੜਾ ਲਏ ਬਿਨਾਂ। ਉਸ ਤੋਂ ਇਲਾਵਾ ਜਿਹੜੀ ਇੱਕ ਖਾਸ ਗੱਲ ਆ ਉਹ ਇਹ ਆ ਕਿ ਪੁਰਾਣੇ ਵੇਲਿਆਂ ਦੇ ਵਿੱਚ ਆਵਾਜਾਈ ਦੇ ਸਾਧਨ ਇੰਨੇ ਵਿਕਸਿਤ ਨਹੀਂ ਸੀ ਹੁੰਦੇ, ਲੋਕਾਂ ਦਾ ਆਉਣ ਜਾਣ ਬਹੁਤ ਘੱਟ ਹੁੰਦਾ ਸੀ। ਸ਼ਗਨ ਵਿਹਾਰ ਦੇ ਵੇਲੇ ਕਿਸੇ ਖੁਸ਼ੀ ਦੇ ਮੌਕੇ 'ਤੇ ਲੋਕੀ ਇੱਕ ਦੂਜੇ ਦੇ ਘਰੇ ਜਾਂਦੇ ਹੁੰਦੇ ਸੀ, ਤਾਂ ਉਦੋਂ ਫਿਰ ਜਦੋਂ ਦੇਰ ਬਾਅਦ ਮਿਲਣਾ, ਕਿਉਂਕਿ ਉਦੋਂ ਨਾ ਤਾਂ ਵਟਸਐਪ ਸੀ, ਨਾ ਸੋਸ਼ਲ ਮੀਡੀਆ ਸੀ, ਨਾ ਮੋਬਾਈਲ ਸੀ, ਨਾ ਫੋਟੋਆਂ ਹੁੰਦੀਆਂ ਸੀ ਇੰਨੀਆਂ, ਤਾਂ ਜਦੋਂ ਦੇਰ ਬਾਅਦ ਮਿਲਦੇ ਸੀ ਤਾਂ ਕਿ ਉਹਨਾਂ ਨੂੰ ਦੂਰੋਂ ਪਛਾਣ ਹੋ ਜਾਏ ਕਿ ਫਲਾਣੀ ਮੁੰਡੇ ਦੀ ਮਾਂ ਆ, ਜਿਹੜੀ ਦੂਸਰਾ ਲਈ ਫਿਰਦੀ ਆ ਉਹ ਮੁੰਡੇ ਦੀ ਮਾਂ ਆ, ਉਹਨੂੰ ਸ਼ਗਨ ਫੜਾਉਣਾ ਸੌਖਾ ਹੋ ਜਾਂਦਾ ਸੀ ਤੇ ਮਿਲਣਾ ਵੀ ਸੌਖਾ ਹੋ ਜਾਂਦਾ ਸੀ। ਜਿਵੇਂ ਆਮ ਤੌਰ ਤੇ ਵਿਆਹਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਮੁੰਡੇ ਜਾਂ ਕੁੜੀ ਦੇ ਪਿਓ ਦੇ ਹੱਥ ਦੇ ਵਿੱਚ ਇੱਕ ਬੈਗ ਫੜਿਆ ਹੁੰਦਾ ਛੋਟਾ ਜਿਹਾ, ਤੇ ਉਹਦੇ ਤੋਂ ਸਾਨੂੰ ਅੰਦਾਜ਼ਾ ਹੋ ਜਾਂਦਾ, ਉਹਦੇ ਤੋਂ ਸਾਨੂੰ ਇਹ ਪਤਾ ਲੱਗ ਜਾਂਦਾ ਕਿ ਇਹ ਮੁੰਡੇ ਜਾਂ ਕੁੜੀ ਦਾ ਪਿਓ ਹੈ। ਉਸੇ ਤਰ੍ਹਾਂ ਜਦੋਂ ਮੁੰਡੇ ਜਾਂ ਕੁੜੀ ਦੇ ਵਿਆਹੰਦੜ ਦੀ ਮਾਂ ਦਾ ਪਤਾ ਕਰਨਾ ਹੋਵੇ ਤਾਂ ਮਾਂ ਉਹੀ ਹੁੰਦੀ ਹੈ ਜਿਹਨੇ ਦੋ ਚੁੰਨੀਆਂ ਲਈਆਂ ਹੁੰਦੀਆਂ ਨੇ। ਭਾਵੇਂ ਅੱਜ ਕੱਲ੍ਹ ਮਾਵਾਂ ਨਹੀਂ ਲੈਂਦੀਆਂ, ਪਰ ਜ਼ਿਆਦਾਤਰ ਜਿਹੜੀ ਪਛਾਣ ਆ ਉਹ ਦੋਸੜੇ ਤੋਂ ਹੀ ਹੁੰਦੀ ਆ। ਜੇ ਉਹੀ ਜ਼ਿੰਮੇਵਾਰੀ ਮਾਂ ਦੀ ਥਾਵੇਂ ਵੱਡੀ ਭਰਜਾਈ ਜਾਂ ਵੱਡੀ ਭੈਣ ਨਿਭਾ ਰਹੀ ਹੋਵੇ ਤਾਂ ਉਹ ਵੀ ਦੋਸੜਾ ਲੈ ਕੇ ਉਹ ਜ਼ਿੰਮੇਵਾਰੀਆਂ ਨਿਭਾਉਂਦੀ ਆ। ਦੋਸੜੇ ਦੇ ਬਹੁਤ ਵੱਖੋ ਵੱਖਰੇ ਅਰਥ ਨੇ, ਜਾਂ ਬਹੁਤ ਵੱਖੋ ਵੱਖਰੇ ਮੌਕਿਆਂ ਦੇ ਉੱਤੇ ਇਹ ਲਿਆ ਜਾਂਦਾ ਹੈ। ਜਿਵੇਂ ਇੱਕ ਤਾਂ ਵਿਆਹ ਦੇ ਵੇਲੇ ਜਿਹੜਾ ਕੋਈ ਸ਼ਗਨ ਕਰਨਾ, ਜਾਂ ਖੁਸ਼ੀ ਦੇ ਮੌਕੇ ਮੰਗਣੇ ਦੀ ਰਸਮ ਦੇ ਮੌਕੇ ਜਿਹੜਾ ਸ਼ਗਨ ਕਰਨਾ, ਉਹ ਸਾਰਾ ਵੱਟਣਾ ਮਲਣਾ ਉਦੋਂ ਦੋਸੜਾ ਲੈ ਕੇ ਕੀਤਾ ਜਾਂਦਾ। ਇਸ ਤੋਂ ਇਲਾਵਾ ਜਦੋਂ ਮੁੰਡੇ ਦੀਆਂ ਭੈਣਾਂ ਆਪਣੇ ਵੀਰ ਦੇ ਸਿਹਰਾ ਬੰਨ੍ਹਦੀਆਂ ਨੇ, ਕਲਗੀ ਸਜਾਉਂਦੀਆਂ ਨੇ ਸਵੇਰੇ ਬਰਾਤ ਨੂੰ ਤੋਰਨ ਤੋਂ ਪਹਿਲਾਂ, ਜੰਝ ਤੋਰਨ ਤੋਂ ਪਹਿਲਾਂ, ਤਾਂ ਉਦੋਂ ਵੀ ਕੁੜੀਆਂ ਜਿਹੜੀਆਂ ਹੈਗੀਆਂ ਨੇ ਦੋ ਚੁੰਨੀਆਂ ਲੈ ਕੇ, ਇੱਕ ਸੂਟ ਨਾਲ ਦੀ ਚੁੰਨੀ ਜਿਹੜੀ ਹੁੰਦੀ ਸੀ ਉਹਨਾਂ ਦੇ ਸਿਰ ਤੇ ਹੁੰਦੀ ਸੀ, ਤੇ ਦੂਜੀ ਦੀ ਬੁੱਕਲ ਉਹਨਾਂ ਨੇ ਮਾਰੀ ਹੁੰਦੀ ਸੀ ਫੁਲਕਾਰੀ ਦੀ, ਜਾਂ ਕੋਈ ਵੀ ਸੂਹੇ ਰੰਗ ਦੀ ਚੁੰਨੀ ਜਾਂ ਗੋਟੇਦਾਰ ਧਾਰੀਦਾਰ ਚੁੰਨੀ, ਜਿਵੇਂ ਦੀ ਵੀ ਜਿਹੜੀ ਲਿਸ਼ਕਦੀ ਪੁਸ਼ਕਦੀ ਜੀ ਚੁੰਨੀ ਹੁੰਦੀ ਸੀ, ਉਹ ਲੈ ਕੇ ਫਿਰ ਉਹ ਸਿਹਰਾ ਬੰਨ੍ਹਦੀਆਂ ਸੀ, ਫਿਰ ਉਹ ਕਲਗੀ ਸਜਾਉਂਦੀਆਂ ਸੀ ਆਪਣੇ ਵੀਰ ਦੇ। ਪੁਰਾਣੇ ਬਜ਼ੁਰਗ ਆਖਦੇ ਸਨ ਕਿ ਵਾਲ ਖੁੱਲ੍ਹੇ ਰੱਖ ਕੇ ਜਿਹੜਾ ਹੈਗਾ ਕੋਈ ਵੀ ਰਸਮ ਅਦਾ ਕਰਨੀ ਜਾਂ ਖੁਸ਼ੀਆਂ ਦਾ ਕੰਮ ਕਰਨਾ, ਉਹਨੂੰ ਉਹ ਬਹੁਤਾ ਚੰਗਾ ਨਹੀਂ ਸੀ ਸਮਝਦੇ। ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਇਹ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ, ਉਹਨਾਂ ਦੇ ਨਾਲ ਸਹਿਮਤ ਹੋਣਾ ਜਾਂ ਅਸਹਿਮਤ ਹੋਣਾ ਤੁਹਾਡੀ ਆਪਣੀ ਮਰਜ਼ੀ ਆ। ਅਸੀਂ ਉਹਦੇ ਨਾਲ ਸਹਿਮਤ ਹਾਂ ਜਾਂ ਅਸਹਿਮਤ ਹਾਂ, ਇਹ ਇੱਕ ਵੱਖਰਾ ਵਿਸ਼ਾ ਹੈ, ਪਰ ਸਾਡਾ ਮਕਸਦ ਸਿਰਫ ਤੁਹਾਨੂੰ ਜਾਣਕਾਰੀ ਦੇਣਾ ਕਿ ਬਜ਼ੁਰਗ ਇਸ ਤਰ੍ਹਾਂ ਸੋਚਦੇ ਸਨ, ਉਹ ਇਸ ਤਰ੍ਹਾਂ ਕਰਦੇ ਸਨ, ਭਾਵੇਂ ਉਹਦੇ ਪਿੱਛੇ ਕਾਰਨ ਕੋਈ ਵੀ ਹੁੰਦਾ ਸੀ। ਮੰਨਣਾ ਜਾਂ ਨਾ ਮੰਨਣਾ ਇਹ ਸਭ ਦੀ ਆਪੋ ਆਪਣੀ ਨਿੱਜੀ ਇੱਛਾ ਜਿਵੇਂ ਅਸੀਂ ਕਹਿ ਸਕਦੇ ਹਾਂ। ਤਾਂ ਇਸ ਤੋਂ ਇਲਾਵਾ ਜਦੋਂ ਪੀਰਾਂ ਫਕੀਰਾਂ ਦੀ ਦਰਗਾਹ 'ਤੇ ਜਾਣਾ ਜਾਂ ਕਿਸੇ ਮੇਲੇ 'ਤੇ ਜਾਣਾ, ਉਦੋਂ ਵੀ ਔਰਤਾਂ ਦੋਸੜਾ ਲੈ ਕੇ ਜਾਂਦੀਆਂ ਸੀ। ਮੁਸਲਮਾਨ ਔਰਤਾਂ ਜ਼ਿਆਦਾਤਰ ਬੁਰਕਾ ਪਹਿਨਦੀਆਂ ਨੇ ਕਈ ਸਾਰੀਆਂ, ਪਰ ਅੱਜ ਕੱਲ੍ਹ ਜਾਂ ਬਹੁਤ ਸਾਰੀਆਂ ਮੁਸਲਮਾਨ ਔਰਤਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੇ ਜਦੋਂ ਘਰੋਂ ਬਾਹਰ ਜਾਣਾ ਹੁੰਦਾ ਤਾਂ ਉਹ ਚਾਦਰ ਲੈ ਕੇ ਜਾਂਦੀਆਂ ਨੇ। ਚਾਦਰ ਦਾ ਮਤਲਬ ਇਹ ਨਹੀਂ ਕਿ ਵੱਡੀ ਸਾਰੀ ਚਾਦਰ ਜਿਹੜੀ ਬੈੱਡ 'ਤੇ ਵਿਛਾਉਣ ਵਾਲੀ ਹੁੰਦੀ ਹੈ, ਚਾਦਰ ਦਾ ਮਤਲਬ ਕਿ ਇੱਕ ਚੁੰਨੀ, ਦੋਹਰੀ ਚੁੰਨੀ ਲੈ ਕੇ ਉਹ ਬਾਹਰ ਨਿਕਲਦੀਆਂ ਨੇ। ਉਹਨਾਂ ਦਾ ਇੱਕ ਵੱਖਰਾ ਜਿਹੜਾ ਹੈਗਾ ਵੱਖਰੀ ਬਨੌਤ ਆ ਦੋਹਰੀ ਚੁੰਨੀ ਲੈਣ ਦੀ, ਜਿਵੇਂ ਅਸੀਂ ਸ਼ਗਨਾਂ ਦੇ ਵੇਲੇ ਲੈਂਦੇ ਹਾਂ, ਉਹ ਘਰੋਂ ਬਾਹਰ ਜਾਣ ਲੱਗੀਆਂ ਹੀ ਲੈਂਦੀਆਂ ਨੇ। ਉਹਨਾਂ ਦਾ ਇੱਕ ਮਜ਼ਹਬ ਦਾ ਇੱਕ ਰੰਗ ਦੋਹਰੀ ਚੁੰਨੀ ਲੈਣਾ ਸਮਝਿਆ ਜਾ ਸਕਦਾ, ਇਹਨੂੰ ਮਜ਼ਹਬੀ ਰੰਗ ਜਿਹੜਾ ਹੈਗਾ ਉਹ ਮੰਨਿਆ ਜਾਂਦਾ ਹੈ।
ਕਿਸੇ ਪੀਰ ਫਕੀਰ ਦੀ ਦਰਗਾਹ ਤੇ ਜਾਣਾ ਤਾਂ ਦੋਹਰੀ ਚੁੰਨੀ ਲੈ ਕੇ ਜਾਂਦੀਆਂ ਸੀ ਔਰਤਾਂ। ਜਾਗੀਰਦਾਰਾਂ ਦੀਆਂ ਨੂੰਹਾਂ ਜਾਂ ਵੱਡੇ ਸਰਦਾਰਾਂ ਦੀਆਂ ਨੂੰਹਾਂ ਜਦੋਂ ਘਰੋਂ ਬਾਹਰ ਨਿਕਲ ਗਈਆਂ ਸੀ ਤਾਂ ਉਹ ਦੋਹਰੀ ਚੁੰਨੀ ਲੈ ਕੇ ਘਰੋਂ ਬਾਹਰ ਨਿਕਲਦੀਆਂ ਸੀ। ਅੱਜ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਨਵੀਂ ਵਿਆਹੀ ਮੁਟਿਆਰ ਜਦੋਂ ਆਪਣੇ ਸਹੁਰੇ ਘਰ ਜਾਂਦੀ ਆ ਤਾਂ ਜਿਹੜਾ ਵਿਆਹ ਤੋਂ ਅਗਲਾ ਦਿਨ ਹੁੰਦਾ ਹੈ, ਜਦੋਂ ਸਹੁਰਿਆਂ ਦਾ ਪਰਿਵਾਰ ਜਿਹੜਾ ਉਹਨੂੰ ਗੁਰਦੁਆਰਾ ਸਾਹਿਬ ਆਪਣੇ ਪਿੰਡ ਦੇ ਜਿਸ ਪਿੰਡ ਦੇ ਵਿੱਚ ਜਾਂ ਜਿਸ ਸ਼ਹਿਰ ਦੇ ਵਿੱਚ ਉਹ ਜਾਂਦੀ ਆ, ਉਸ ਪਿੰਡ ਦੇ ਗੁਰਦੁਆਰੇ 'ਚ ਜਠੇਰਿਆਂ ਤੇ ਪੀਰਾਂ ਫਕੀਰਾਂ ਦੀਆਂ ਦਰਗਾਹਾਂ ਤੇ ਸਿੰਘਾਂ ਸ਼ਹੀਦਾਂ ਦੇ ਅਸਥਾਨਾਂ ਤੇ ਸਤੀਆਂ ਤੇ ਜਾਂ ਜਿੰਨੇ ਵੀ ਉਹਨਾਂ ਦੇ ਪੀਰ ਫਕੀਰ ਜਿਨ੍ਹਾਂ ਨੂੰ ਉਹ ਮੰਨਦੇ ਨੇ ਉੱਥੇ ਮੱਥਾ ਟਿਕਾਉਣ ਲੈ ਕੇ ਜਾਂਦੇ ਨੇ ਤਾਂ ਉਹ ਦੋਹਰੀ ਚੁੰਨੀ ਦੇ ਕੇ ਉਹਨੂੰ ਮੁੜਦੀ ਗੱਡੀ ਵਾਲੇ ਦਿਨ, ਜਿਹਨੂੰ ਅਸੀਂ ਕਹਿੰਦੇ ਹਾਂ, ਭਾਵੇਂ ਅੱਜ ਕੱਲ੍ਹ ਮੁੜਦੀ ਗੱਡੀ ਵਿਆਹ ਵਾਲੇ ਦਿਨ ਹੀ ਕਰ ਲਈ ਜਾਂਦੀ ਹੈ, ਪਰ ਮੁੜਦੀ ਗੱਡੀ ਵਿਆਹ ਤੋਂ ਅਗਲੇ ਦਿਨ ਨੂੰ ਕਿਹਾ ਜਾਂਦਾ ਹੈ। ਉਸ ਦਿਨ ਉਹਨੂੰ ਦੋਹਰੀ ਚੁੰਨੀ ਦੇ ਕੇ ਫੁਲਕਾਰੀ ਦੇ ਕੇ ਤਾਂ ਉਹ ਮੱਥਾ ਟੇਕਣ ਜਾਂਦੀ ਆ। ਇਹਦਾ ਜਿਹੜਾ ਖਾਸ ਕਾਰਨ ਆ ਉਹ ਜਿਵੇਂ ਜਦੋਂ ਕੁੜੀ ਲਾਵਾਂ ਤੇ ਵੀ ਬੈਠਦੀ ਆ ਤਾਂ ਉਸਨੂੰ ਜਿਹੜਾ ਚਿੜੀਆਂ ਵਾਲਾ ਚੋਪ ਆ ਖੱਦਰ ਦਾ ਇੱਕ ਉਹਨੂੰ ਦਿੱਤਾ ਜਾਂਦਾ, ਜਿਹਨੂੰ ਝਿੰਮੀ ਕਹਿੰਦੇ ਨੇ। ਮਾਝੇ ਦੇ ਵਿੱਚ ਇਹਨੂੰ ਝਿੰਮੀ ਕਹਿੰਦੇ ਨੇ। ਕੁੜੀ ਜਦੋਂ ਲਾਵਾਂ ਤੇ ਬੈਠੀ ਹੁੰਦੀ ਹੈ ਤਾਂ ਉਹਨੂੰ ਉਹ ਖੱਦਰ ਦਾ ਜਿਹੜਾ ਹੈਗਾ ਚੋਪ ਦਿੱਤਾ ਜਾਂਦਾ ਹੈ। ਫੁਲਕਾਰੀ ਜਾਂ ਚੋਪ ਜਾਂ ਬਾਗ ਕੁਛ ਵੀ ਉਹਦੇ ਵਿੱਚ ਥਾਵੇਂ ਹੋ ਸਕਦਾ। ਪੰਜਾਬਣ ਕੁੜੀਆਂ ਦੇ ਮਨਾਂ ਦੇ ਵਿੱਚ ਫੁਲਕਾਰੀਆਂ ਦਾ ਕਰੇਜ਼ ਅੱਜ ਕੱਲ੍ਹ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ। ਅਸੀਂ ਦੇਖਦੇ ਹਾਂ ਕਿ ਵੱਖੋ ਵੱਖਰੀਆਂ ਬਹੁਤ ਸੋਹਣੀਆਂ ਫੁਲਕਾਰੀਆਂ ਅੱਜ ਕੱਲ੍ਹ ਬਾਜ਼ਾਰ ਦੇ ਵਿੱਚ ਆ ਗਈਆਂ ਨੇ। ਦੋਸੜਾ ਲੈਣਾ ਜਾਂ ਦੋਸੜਾ ਲੈਣ ਦੀ ਰਸਮ ਜਿਹੜੀ ਹੈਗੀ ਆ ਉਹਦਾ ਮੇਨ ਅਰਥ ਤਾਂ ਦੋਹਰੀ ਜ਼ਿੰਮੇਵਾਰੀ, ਇੱਕ ਵੱਖਰੀ ਪਛਾਣ ਹੀ ਹੁੰਦਾ ਹੈ। ਤੇ ਇਹੀ ਜਿਹੜਾ ਮੇਨ ਉਹਦਾ ਕਾਰਨ ਆ ਲੈਣ ਦਾ। ਅੱਜ ਕੱਲ੍ਹ ਕੁੜੀਆਂ ਜਿਵੇਂ ਰਿਵਾਜ ਬਣ ਗਿਆ ਇੱਕ, ਜਦੋਂ ਜਾਗੋ ਤੇ ਜਾਣਾ ਤਾਂ ਫੁਲਕਾਰੀਆਂ ਲੈਣੀਆਂ, ਜਾਂ ਪੁਰਾਣੀਆਂ ਔਰਤਾਂ ਜਿਹੜੀਆਂ ਸਾਡੀਆਂ ਬਜ਼ੁਰਗ ਔਰਤਾਂ ਨੇ ਜਿਹੜੀਆਂ ਆਪਣੇ ਵੇਲੇ ਦੀਆਂ ਸ਼ੌਕੀਨਣਾਂ ਮੰਨੀਆਂ ਜਾਂਦੀਆਂ ਸੀ, ਉਹ ਅੱਜ ਕੱਲ੍ਹ ਜਦੋਂ ਨਿਕਲਦੀਆਂ ਨੇ ਤਾਂ ਉਦੋਂ ਵੀ ਉਹ ਚੁੰਨੀ ਦੀ ਬੁੱਕਲ ਉਸ ਤਰੀਕੇ ਨਾਲ ਮਾਰਦੀਆਂ ਨੇ ਕਿ ਸਾਡੇ ਵੇਲਿਆਂ ਦੇ ਵਿੱਚ ਇਸ ਤਰ੍ਹਾਂ ਲਿਆ ਜਾਂਦਾ ਸੀ, ਉਹ ਸਾਨੂੰ ਅੱਜ ਵੀ ਦੱਸਦੀਆਂ ਨੇ। ਸੋ ਇਹ ਸੀ ਕਾਰਨ, ਇਹ ਸੀ ਦੋਸੜਾ ਲੈਣ ਦੇ ਪਿੱਛੇ ਦਾ ਕਾਰਨ, ਇਹ ਸੀ ਦੋਸੜਾ ਲੈਣ ਦੀ ਰਸਮ ਦੇ ਪਿੱਛੇ ਦਾ ਕਾਰਨ, ਜਿਹੜਾ ਬਹੁਤ ਖਾਸ, ਜਿਹੜਾ ਬਹੁਤ ਸੋਹਣਾ, ਇੱਕ ਬਹੁਤ ਸੋਹਣੀ ਰਸਮ ਜਿਹੜੀ ਮੰਨੀ ਜਾਂਦੀ ਆ। ਉਹ ਦੋਸੜਾ ਲੈ ਕੇ ਕਰਦੀ ਮਾਂ ਜਦੋਂ ਨੂੰਹ ਪੁੱਤ ਘਰੇ ਆਉਂਦੇ ਨੇ ਤਾਂ ਪਾਣੀ ਵਾਰਦੀ ਆ, ਉਦੋਂ ਵੀ ਉਹ ਦੋਸੜਾ ਲੈ ਕੇ ਪਾਣੀ ਵਾਰਦੀ ਆ। ਇੱਕ ਮਾਂ ਦੇ ਮਨ ਦਾ ਚਾਅ ਜਿਹੜਾ, ਉਹਦੀ ਮਨ ਦੀਆਂ ਇੱਛਾਵਾਂ, ਉਹਦੇ ਮਨ ਦੇ ਵਲਵਲੇ, ਉਹਦੇ ਮਨ ਦਾ ਖੇੜਾ ਜਿਹੜਾ ਹੈਗਾ ਉਹ ਦੋਹਰੀ ਚੁੰਨੀ ਲੈ ਕੇ ਆਪਣੀ ਇੱਕ ਵੱਖਰੀ ਪਛਾਣ ਬਣਾ ਕੇ ਬਣ ਜਾਂਦਾ ਹੈ।